पिंड सब तेरा, कहो नानक सब तेरी वडियाई। कोई नाव ना जाने सो कहो टल गुर सेविया, ऐनिस सहज सुभाई। दर्शन परसिए गुरु के, जन्म मरण दुख जाय। वाहिगुरु साहिब जी चिंता ताकी कीजिए, जो अनहोनी होए। एहो मार्ग संसार को, नानक थिर नहीं को। चिंता ताकी कीजिए, जो अनहोनी होए। एक मार्ग संसार को, नानक थिर नहीं कोए। वाहिगुरु जी का खालसा, वाहिगुरु जी की फतेह। परम सत्कारयोग गुरु प्यारी साध संगत जीओ, धन धन साहिब श्री गुरु तेग बहादुर महाराज पातशाह जी की पवित्र श्लोकां अंदर श्लोक नंबर 51 गुरु पातशाह जी कृपा करते हैं। इस जगत के अंदर मनुख चिंता कर रहा है, चिंतित है। हर कोई मनुख किसी न किसी कारण चिंता दे विच लीन होया पिया। कोई ना कोई चिंता मनुख नूं लगी हुई है। इत्थे महाराज कृपा करते ने, भाई चिंता ते तां करो जे कोई घटना जिहड़ी है वो असल दे विच ना होनी होवे। और इन्हां दो ही चीज़ों की चिंता मनुख को हमेशा लगी रहती है। एक चिंता जो मैं चाहना भी आ हो जाए, अगर वो ना हो तो बड़ी बड़ी चिंता है। असी कोई कार्य चाहते हैं भी आ कार्य होना चाहिए, अगर वो ना हो तो बहुत बड़ी चिंता है। पर दूजे पासे असी चाहते हैं कि आ ना हो जाए तो वो हो जाए तो भी चिंता है। मनुख जो चाहता है वो होना चाहिए है, वो ना हो तो फिर चिंता पैदा होनी सुभाविक गल है। सतगुरु पातशाह जी रब्बी बाणी अंदर बचन करते हैं, चिंतत ही दिस है सब कोई। सब कोई का मतलब हर एक कोई मनुख जिहड़ा चिंता दे विच है। दो गल्लां बड़ियां समझण वालियां सन। धर्म की दुनिया में आके मनुख नूं ये गल्लां सीखणियां सन। पहली गल, दो शब्द ने, एक है चिंता ते दूसरा है चिंतन। चिंता अते चिंतन, मनुख ने संसार दे विच आके चिंतन करना सी, चिंता नहीं सी करनी। पर किस चीज की चिंता है? प्रमुख चिंता के तीन कारण ने। हर एक मनुख दियां तीन लोड़ां सीमित ने संसार, हर एक मनुख दी। ये तीन चीज़ां हर एक मनुख की लोड़ है। कुल्ली, गुल्ली ते जुल्ली, भाव खाण वास्ते भोजन हर एक मनुख को चाहिए है। दूसरा, रहन वास्ते घर हर एक मनुख की लोड़ है। तीसरा, पहनण नूं तन ते कपड़े हर एक की लोड़ है।
ਦੁਨੀਆ ਵਿੱਚ ਜਿੰਨੇ ਵੀ ਮਨੁੱਖ ਨੇ ਉਹਨਾਂ ਦੀ ਚਿੰਤਾ ਇਸ ਗੱਲ ਤੇ ਖੜੀ ਹੈ ਕਿ ਕੱਲ ਨੂੰ ਜੇ ਇਹ ਭੋਜਨ ਮੇਰੇ ਕੋਲ ਨਾ ਰਿਹਾ, ਧਨ ਨਾ ਰਿਹਾ, ਪਦਾਰਥ ਨਾ ਰਹੇ ਤੇ ਮੈਂ ਖਾਵਾਂਗਾ ਕੀ? ਜੇ ਕੱਲ ਨੂੰ ਇਹ ਘਰ ਨਾ ਰਿਹਾ ਤੇ ਮੈਂ ਰਵਾਂਗਾ ਕਿੱਥੇ? ਜੇ ਮੇਰੇ ਕੋਲ ਆ ਬਸਤਰ ਨੇ, ਇਹ ਨਾ ਰਹੇ ਮੈਂ ਪਾਵਾਂਗਾ। ਇਹਨਾਂ ਤਿੰਨਾਂ ਗੱਲਾਂ ਦੀ ਸਭ ਤੋਂ ਵੱਡੀ ਮੂਲ ਚਿੰਤਾ ਹਰ ਇੱਕ ਮਨੁੱਖ ਨੂੰ ਹੈ ਤੇ ਅੰਦਰ ਉਹ ਚਿੰਤਾ ਨੇ ਡਰ ਪੈਦਾ ਕੀਤਾ। ਹੁਣ ਚਿੰਤਾ ਜਿਹੜੀ ਹੈ ਉਹ ਚਿੰਤਨ ਦੇ ਵਿੱਚ ਰੁਕਾਵਟ ਬਣਦੀ। ਰੱਬ ਦਾ ਸਿਮਰਨ ਕਰਨਾ ਹੋਵੇ, ਬਾਣੀ ਪੜ੍ਹਨੀ ਹੋਵੇ, ਜੇ ਸਤ ਸੰਗਤ ਕਰਨੀ ਹੋਵੇ, ਅਕਾਲ ਪੁਰਖ ਦੀ ਇਬਾਦਤ ਕਰਨੀ ਹੋਵੇ, ਸਭ ਤੋਂ ਵੱਡੀ ਰੁਕਾਵਟ ਮਨੁੱਖ ਦੇ ਜੀਵਨ ਵਿੱਚ ਚਿੰਤਾ। ਪਾਠ ਕਰ ਰਿਹਾ ਪਰ ਖਿਆਲ ਕਿਤੇ ਹੋਰ ਹੈ, ਸਿਮਰਨ ਕਰ ਰਿਹਾ ਧਿਆਨ ਕਿਤੇ ਹੋਰ ਹੈ, ਬਾਣੀ ਪੜ੍ਹ ਰਿਹਾ ਧਿਆਨ ਕਿਤੇ ਹੋਰ ਹੈ, ਸਤ ਸੰਗਤ ਕਰ ਰਿਹਾ ਧਿਆਨ ਕਿਤੇ ਹੋਰ ਹੈ। ਇਹਦਾ ਮਤਲਬ ਦੁਨੀਆ ਦੇ ਅੰਦਰ ਜਿਹੜਾ ਧਰਮੀ ਪੁਰਖ ਹੈ ਬਹੁਤਾਇਤ ਉਹ ਵੀ ਚਿੰਤਾ ਦੇ ਨਾਲ ਗ੍ਰਸੇ ਹੋਏ, ਉਹਨਾਂ ਨੂੰ ਵੀ ਚਿੰਤਾ ਲੱਗੀ ਹੋਈ ਹੈ। ਆਮ ਮਨੁੱਖ ਹੋਵੇ ਤੇ ਗੱਲ ਬਣਦੀ ਹੈ, ਪਰ ਜਿਹੜਾ ਧਰਮੀ ਮਨੁੱਖ ਜਿਹੜਾ ਕਹਿੰਦਾ ਮੈਂ ਬਾਣੀ ਪੜ੍ਹਦਾ, ਸਿਮਰਨ ਕਰਦਾ, ਸੇਵਾ ਕਰਦਾ, ਉਹਨੂੰ ਪੁੱਛੋ ਕੀ ਗੱਲ ਬੜੀ ਚਿੰਤਾ ਹੈ। ਕਾਹਦੀ ਚਿੰਤਾ ਹੈ? ਕਿਸ ਗੱਲ ਦੀ ਚਿੰਤਾ ਹੈ? ਪਦਾਰਥਾਂ ਦੀ, ਭੋਜਨ ਦੀ, ਕੱਲ ਕੀ ਖਾਵਾਂਗਾ, ਕੱਲ ਕੀ ਪਹਿਨਾਂਗਾ, ਕੱਲ ਕਿੱਥੇ ਰਵਾਂਗਾ। ਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਸਹਿਬਾਗ ਦੇ ਜਿੱਦਣ ਤੂੰ ਮਾਲਕ ਦੇ ਚਰਨਾਂ ਵਿੱਚ ਆਵੇਗਾ, ਗੁਰੂ ਤੇਰੀ ਇਹ ਚਿੰਤਾ ਬਿਲਕੁਲ ਦੂਰ ਕਰ ਦੇਵੇਗਾ। ਅੱਜ ਹਰ ਇੱਕ ਮਨੁੱਖ ਚਿੰਤਾ ਸ਼ਬਦ ਵਰਤ ਲੈਂਦੇ ਬਈ ਡਿਪਰੈਸ਼ਨ ਵਿੱਚ ਚਲਾ ਗਿਆ। ਬਹੁਤ ਜ਼ਿਆਦਾ ਚਿੰਤਾ ਮਨੁੱਖ ਨੇ ਆਪਣੇ ਦਿਮਾਗ ਤੇ ਖਿਆਲਾਂ ਦੇ ਵਿੱਚ ਇੰਨਾ ਡੂੰਘਾ ਚਲਾ ਗਿਆ, ਇੰਨਾ ਲੀਨ ਹੋ ਗਿਆ ਕਿ ਕਈ ਵਾਰੀ ਮਨੁੱਖ ਆਪਣਾ ਆਪਾ ਵੀ ਭੁੱਲ ਜਾਂਦਾ, ਵਿਸਰ ਜਾਂਦਾ, ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ, ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ। ਕੀ ਹੋਇਆ? ਚਿੰਤਾ। ਔਰ ਚਿੰਤਾ ਇੱਕ ਐਸਾ ਰੋਗ ਹੈ, ਜਦੋਂ ਬੰਦੇ ਨੂੰ ਇਹ ਚਿੰਤਾ ਦਾ ਰੋਗ ਲੱਗਦਾ ਹੈ ਫਿਰ ਇਹ ਸਰੀਰ ਵਿੱਚ ਕਈ ਰੋਗ ਲੈ ਕੇ ਆ ਜਾਂਦੇ। ਬਹੁਤ ਸਾਰੇ ਰੋਗ ਅੱਜ ਦੁਨੀਆ ਦੇ ਅੰਦਰ, ਬਹੁਤ ਦੁਨੀਆ ਇਸ ਚਿੰਤਾ ਦੇ ਰੋਗ ਦੇ ਕਾਰਨ ਰੋਗੀ ਹੋਈ ਪਈ ਹੈ ਤੇ ਉਸ ਚਿੰਤਾ ਦੇ ਰੋਗ ਨੇ ਮਾਨਸਿਕ ਤਣਾਅ ਇੰਨਾ ਵਧਾ ਦਿੱਤਾ ਕਿ ਸਰੀਰ ਹੀ ਰੋਗੀ ਹੋਏ। ਹੁਣ ਭਾਵੇਂ ਤੁਰਦਾ ਦਿਸਦਾ ਮਨੁੱਖ ਪਰ ਰੋਗੀ, ਖਾਂਦਾ ਦਿਸਦਾ ਮਨੁੱਖ ਰੋਗੀ, ਕਿਉਂਕਿ ਖਾਂਦੇ ਹੋਏ ਵੀ ਚਿੰਤਾ ਹੈ, ਸੁੱਤੇ ਹੋਏ ਸੌਣ ਲੱਗਾ ਤਾਂ ਵੀ ਚਿੰਤਾ ਹੈ, ਬੈਠਾ ਤਾਂ ਵੀ ਚਿੰਤਾ ਹੈ, ਕੋਈ ਕੰਮ ਕਰ ਰਿਹਾ ਤਾਂ ਵੀ ਚਿੰਤਾ ਹੈ। ਹਰ ਵੇਲੇ ਚਿੰਤਾ ਹੀ ਇਹਦੇ ਅੰਦਰ ਹੈ ਤੇ ਉਹ ਚਿੰਤਾ ਦਾ ਰੋਗ ਇਹਨੂੰ ਹਰ ਵਕਤ ਕਿਸੇ ਨਾ ਕਿਸੇ ਕਾਰਨ ਦਿਮਾਗੀ ਤੌਰ ਤੇ ਜ਼ੋਰ ਪਾਉਣ ਲਈ ਪ੍ਰੇਰਿਤ ਕਰਦਾ। ਗੁਰੂ ਕੋਲ ਆਏ, ਗੁਰੂ ਨੇ ਬੜੀ ਕਿਰਪਾ ਕੀਤੀ। ਪਹਿਲੀ ਗੱਲ ਤੇ ਮਹਾਰਾਜ ਨੇ ਆਖਿਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇੱਕ ਗੱਲ ਯਾਦ ਰੱਖੀ, ਜੇ ਚਿੰਤਾ ਕਰਨੀ ਉਸ ਚੀਜ਼ ਦੀ ਕਰ ਜੇ ਨਾ ਹੋਣਾ। ਜੇ ਹੁਣ ਮੈਂ ਇਹ ਆਖਾਂ ਵੀ ਰਾਤ ਨਾ ਹੋਵੇ, ਰਾਤ ਤੇ ਹੋਣੀ ਹੈ, ਮੇਰੇ ਕਹਿਣ ਦੇ ਨਾਲ ਰਾਤ ਨੇ ਰੁਕਣਾ ਨਹੀਂ। ਮੈਂ ਕਹਾਂ ਵੀ ਕੱਲ ਦਿਨ ਨਾ ਚੜੇ, ਰਾਤ ਹੀ ਰਵੇ, ਪਰ ਦਿਨ ਵੀ ਚੜ੍ਹਦਾ। ਮੈਂ ਕਹਾਂ ਹਮੇਸ਼ਾ ਸੁੱਖ ਹੀ ਰਵੇ, ਨਹੀਂ, ਦੁੱਖ ਵੀ ਆਉਂਦਾ। ਜੇ ਸੁੱਖ ਹੈ, ਦੁੱਖ ਹੈ, ਖੁਸ਼ੀ ਹੈ, ਗਮੀ ਹੈ, ਦਿਨ ਹੈ, ਰਾਤ ਹੈ, ਭਾਵ ਜੇ ਜ਼ਿੰਦਗੀ ਹੈ ਤੇ ਮੌਤ ਵੀ ਹੈ। ਇਹ ਗੱਲ ਨੂੰ ਸਮਝਣਾ ਪਵੇਗਾ। ਜੇ ਮਨੁੱਖ ਆਖੇ ਵੀ ਸਾਰੀ ਜ਼ਿੰਦਗੀ ਜੀਵਾਂ ਹੀ, ਮੌਤ ਨਾ ਆਵੇ, ਮਾਂ ਜੀ ਕਹਿਣਗੇ ਬਿਲਕੁਲ ਨਹੀਂ ਹੋ ਸਕਦਾ। ਹਰ ਇੱਕ ਚੀਜ਼ ਇਸ ਸੰਸਾਰ ਦੇ ਅੰਦਰ ਹੋ ਰਹੀ ਹੈ, ਹੋਣੀ ਹੈ, ਤੈਨੂੰ ਉਹਦੇ ਨਾਲ ਚੱਲਣਾ ਪਵੇਗਾ। ਤੂੰ ਆਖੇ ਵੀ ਨਹੀਂ ਹੋਣੀ ਚਾਹੀਦੀ ਤਾਂ ਫਿਰ ਸੁਭਾਵਿਕ ਗੱਲ ਹੈ ਚਿੰਤਾ ਪੈਦਾ ਹੋਵੇਗੀ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਨਾ ਹੋਵੇ। ਜਿਹੜੀ ਚੀਜ਼ ਅਸੀਂ ਚਾਹੁੰਦੇ ਹਾਂ ਨਾ ਹੋਵੇ ਪਰ ਉਹ ਹੋਣੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਸੰਸਾਰ ਦੇ ਅੰਦਰ ਜਿਹੜਾ ਹੋਣਾ ਉਹ ਹੋ ਕੇ ਰਹਿਣਾ, ਤੇਰੇ ਯਤਨਾਂ ਦੇ ਨਾਲ ਉਹ ਰੁਕ ਨਹੀਂ ਜਾਣਾ ਤੇ ਤੂੰ ਵਿਅਰਥ ਯਤਨ ਕਰ ਵੀ ਨਾ, ਕੋਈ ਲੋੜ ਨਹੀਂ ਯਤਨ ਕਰਨੀ। ਪਹਿਲਾਂ 2-3 ਪੁਆਇੰਟਾਂ ਤੇ ਆਪਾਂ ਵਿਚਾਰ ਕਰ ਲਈਏ। ਜਦੋਂ ਮਾਲਕ ਦੇ ਚਰਨਾਂ ਵਿੱਚ ਆਏ
ਤੇ ਸਹਿਬ ਆਖਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ। ਜਦੋਂ ਜਗਤ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਜਦੋਂ ਚੱਲ ਕੇ ਕੋਈ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਜਗਿਆਸੂ, ਉਹਨੂੰ ਪਹਿਲੀ ਗੱਲ ਇਹ ਸਮਝਾ ਦਿੱਤੀ ਜਾਂਦੀ ਹੈ ਵੀ ਤੂੰ ਹੁਣ ਗੁਰੂ ਦੇ ਚਰਨਾਂ ਵਿੱਚ ਆ ਗਿਆ, ਗੁਰੂ ਨੇ ਤੇਰੀ ਹੁਣ ਚਿੰਤਾ ਦੂਰ ਕਰ ਦਿੱਤੀ। ਜਗਿਆਸੂ ਨੇ ਆਖਿਆ ਵੀ ਮੇਰੀ ਚਿੰਤਾ ਦੂਰ ਕਰੋ। ਕਿਹੜੀ ਚਿੰਤਾ? ਇਸ ਸੰਸਾਰ ਦੇ ਅੰਦਰ ਮੈਨੂੰ ਉਹ ਚੀਜ਼ ਦਿਓ ਜਿਹਦੇ ਨਾਲ ਮੈਂ ਹਮੇਸ਼ਾ ਦੁਨੀਆ ਵਿੱਚ ਕਾਇਮ ਰਹਾਂ। ਮੈਨੂੰ ਉਹ ਚੀਜ਼ ਦਿਓ ਜਿਹਦੇ ਨਾਲ ਲੋਕਾਂ ਵਿੱਚ ਮੇਰਾ ਮਾਣ ਸਤਿਕਾਰ ਮਾਣ ਵਡਿਆਈ ਬਣੀ ਰਹੇ। ਸਭ ਕਹਿਣ ਲੱਗੇ ਇੱਥੇ ਤੈਨੂੰ ਉਹ ਚੀਜ਼ ਜ਼ਰੂਰ ਮਿਲੇਗੀ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ। ਹੁਣ ਸੁਖ ਮੰਗਦਾ ਸੀ ਬੰਦਾ, ਚਿੰਤਾ ਸੀ ਦੁੱਖ ਨਾ ਆ ਜਾਵੇ ਕਿਤੇ। ਪਹਿਲਾਂ ਸੁੱਖ ਜਿਹੜਾ ਲੈ ਰਹੇ ਹਾਂ, ਸੁੱਖ ਪ੍ਰਾਪਤ ਕਰ ਰਹੇ ਹਾਂ, ਜਿਹੜੇ ਯਤਨ ਸੁੱਖ ਦੇ ਕਰ ਰਹੇ ਹਾਂ, ਕਿਤੇ ਦੁੱਖ ਨਾ ਆ ਜਾਵੇ, ਉਹ ਦੁੱਖ ਦੀ ਚਿੰਤਾ। ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਕਿ ਮੈਂ ਤੇਰੇ ਹਰ ਇੱਕ ਪ੍ਰਕਾਰ ਦੇ ਦੁੱਖ ਨੂੰ ਮਿਟਾ ਸਕਦਾ, ਤੇਰੀ ਚਿੰਤਾ ਨੂੰ ਦੂਰ ਕਰ ਸਕਦਾ। ਮੂਲ 3 ਕਾਰਨਾਂ ਕਰਕੇ ਚਿੰਤਾ ਪੈਦਾ ਹੋਈ। ਮਨੁੱਖ ਨੇ ਕਹਿ ਦਿੱਤਾ ਵੀ ਸਤਿਗੁਰੂ ਮੈਨੂੰ ਚਿੰਤਾ ਹੈ ਭੋਜਨ ਦੀ, ਮੈਨੂੰ ਚਿੰਤਾ ਹੈ ਖੁਰਾਕ ਦੀ, ਮੈਨੂੰ ਚਿੰਤਾ ਹੈ ਪਦਾਰਥ ਦੀ, ਕਿਤੇ ਚਲੇ ਨਾ ਜਾਣ, ਮੈਂ ਫਿਰ ਕੀ ਕਰਾਂ। ਸਭ ਕਹਿਣ ਲੱਗੇ ਤੂੰ ਉਹਨਾਂ ਪੰਛੀਆਂ ਵੱਲ ਵੇਖ, ਉਹਨਾਂ ਜੀਵਾਂ ਵੱਲ ਵੇਖ, ਤੈਨੂੰ ਰੱਬ ਨੇ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਤੈਨੂੰ ਦਿਮਾਗ ਸੋਝੀ ਦਿੱਤੀ ਹੈ, ਤੈਨੂੰ ਬਲ ਤਾਕਤ ਦਿੱਤਾ ਹੈ, ਤੈਨੂੰ ਹਰ ਇੱਕ ਚੀਜ਼ ਦਿੱਤੀ ਹੈ। ਸਵੇਰੇ ਜਾ ਕੇ ਸ਼ਾਮ ਨੂੰ ਤੂੰ ਵਾਪਸ ਮੁੜ ਕੇ ਆਉਂਦਾ, ਤੂੰ ਪ੍ਰਬੰਧ ਕਰ ਸਕਦਾ, ਤੂੰ ਰਿਜ਼ਕ ਕਮਾ ਸਕਦਾ, ਤੂੰ ਧਨ ਦੌਲਤ ਕਮਾ ਸਕਦਾ, ਭੋਜਨ ਦਾ ਪ੍ਰਬੰਧ ਕਰ ਸਕਦਾ। ਹੈਰਾਨੀ ਦੀ ਗੱਲ ਹੈ, ਇੱਕ ਮਨੁੱਖ ਉਹ ਚਿੰਤਾ ਦੇ ਨਾਲ ਵੱਜਾ ਹੋਵੇ ਜਿਹਦੇ ਕੋਲ ਖਾਣ ਨੂੰ ਹੈ ਨਹੀਂ, ਤੇ ਹੈਰਾਨੀ ਉਦੋਂ ਹੁੰਦੀ ਹੈ ਜਿਹਦੇ ਕੋਲ ਕਈ ਸਾਲਾਂ ਦਾ ਖਾਣ ਦਾ ਪ੍ਰਬੰਧ ਹੈ, ਉਹ ਚਿੰਤਾ ਨਾਲ ਬੈਠਾ ਹੋਵੇ। ਮੈਂ ਸੁਣਿਆ ਇੱਕ ਮਨੁੱਖ ਜਿਹਦੇ ਕੋਲ ਬਹੁਤ ਦੌਲਤ ਸੀ, ਬਹੁਤ ਧਨ ਸੀ, ਉਹਦਾ ਮਿੱਤਰ ਆਇਆ। ਜਦੋਂ ਮਿੱਤਰ ਆਇਆ ਉਹਨੇ ਆਖਿਆ ਕੀ ਗੱਲ ਬੜੀ ਚਿੰਤਾ ਵਿੱਚ ਬੈਠਾ, ਬੜਾ ਚੁੱਪਚਾਪ ਬੈਠਾ, ਕੀ ਕਾਰਨ? ਪੁੱਛਿਆ ਤੇ ਅੱਗੋਂ ਕਹਿਣ ਲੱਗਾ ਹਾਂ ਵਾਕਈ ਅੱਜ ਬਹੁਤ ਚਿੰਤਾ ਵਿੱਚ ਬੈਠਾ, ਮੈਨੂੰ ਬਹੁਤ ਚਿੰਤਾ ਹੋ ਰਹੀ ਹੈ। ਉਹਨੇ ਆਖਿਆ ਤੇਰੇ ਕੋਲ ਤਾਂ ਇੰਨੀ ਦੌਲਤ ਹੈ, ਤੇਰੇ ਕੋਲ ਇੰਨਾ ਧਨ ਹੈ, ਤੇਰੀਆਂ 7 ਪੀੜ੍ਹੀਆਂ ਬੈਠ ਖਾ ਸਕਦੀਆਂ ਨੇ, ਤੈਨੂੰ ਕਾਹਦੀ ਚਿੰਤਾ ਹੈ? ਉਹ ਕਹਿਣ ਲੱਗਾ ਇਸੇ ਗੱਲ ਦੀ ਚਿੰਤਾ ਹੈ, 7 ਖਾ ਲੈਣਗੀਆਂ, 8ਵੀਂ ਕਿੱਥੋਂ ਖਾਵੇਗੀ? ਹੱਦ 8ਵੀਂ ਦਾ ਇਹਨੂੰ ਫਿਕਰ ਪਿਆ ਹੋਇਆ ਹੈ, 8ਵੀਂ ਪੀੜ੍ਹੀ ਦੀ ਚਿੰਤਾ ਪਈ ਹੋਈ ਹੈ, ਪਰ ਜੋ ਇਹਦੇ ਕੋਲ ਹੈ ਉਹਦਾ ਸਬਰ ਨਹੀਂ ਹੈ, ਉਹਦਾ ਸੰਤੋਖ ਨਹੀਂ ਹੈ। ਜੋ ਕੁਛ ਅੱਜ ਸਾਡੇ ਕੋਲ ਹੈ ਉਹਦਾ ਸ਼ੁਕਰਾਨਾ ਨਹੀਂ ਕਰਦੇ, ਜੋ ਨਹੀਂ ਹੈ ਉਹਦੀ ਚਿੰਤਾ ਲੈ ਕੇ ਬੈਠੇ। ਐਸੇ ਮਨੁੱਖ ਨੇ ਜਿਹੜੇ ਸਾਰੀ ਜ਼ਿੰਦਗੀ ਨਾ ਵੀ ਕਮਾਨ ਤੇ ਬੈਠ ਕੇ ਖਾ ਸਕਦੇ ਨੇ, ਪਰ ਉਹ ਵੀ ਚਿੰਤਾ ਦੇ ਨਾਲ ਭਰੇ ਹੋਏ। ਉਹਨਾਂ ਨੂੰ ਵੀ ਇੱਕ ਡਰ ਲੱਗਾ ਹੋਇਆ ਵੀ ਕੱਲ ਨੂੰ ਨਾ ਰਿਹਾ ਤਾਂ ਕੀ ਕਰਾਂਗੇ, ਕੱਲ ਨੂੰ ਕੀ ਖਾਵਾਂ ਕੀ ਪਾਵਾਂਗੇ। ਫਿਰ ਆਪਣੀ ਚਿੰਤਾ ਨਹੀਂ, ਬੱਚਿਆਂ ਦੀ ਚਿੰਤਾ, ਬੱਚੇ ਕੀ ਖਾਣ, ਕਿੱਥੇ ਰਹਿਣ, ਕਿੱਥੇ ਜਾਣਗੇ, ਪਤਨੀ ਦੀ ਚਿੰਤਾ, ਪਤਨੀ ਨੂੰ ਪਤੀ ਦੀ ਚਿੰਤਾ, ਮਾਂ ਬਾਪ ਦੀ ਚਿੰਤਾ, ਘਰ ਦੀ ਚਿੰਤਾ, ਸੰਸਾਰ ਦੀ ਚਿੰਤਾ ਦਾ ਬੋਝ ਐ ਮਨੁੱਖ ਢੋ ਰਿਹਾ। ਮਹਾਰਾਜ ਨੇ ਆਖਿਆ ਕਹਿਣ ਲੱਗੇ ਪਿਆਰਿਆ ਤੈਨੂੰ ਫਿਰ ਪਤਾ ਨਹੀਂ, ਤੂੰ ਜੀਵ ਜੰਤੂਆਂ ਵੱਲ ਵੇਖ ਜਿਨ੍ਹਾਂ ਕੋਲ ਨਾ ਘਰ ਹੈ, ਪਰਮਾਤਮਾ ਉਹਨਾਂ ਦੇ ਘਰ ਦਾ ਪ੍ਰਬੰਧ ਵੀ ਕਰਦਾ। ਤੇਰੇ ਕੋਲ ਤੇ ਪ੍ਰਬੰਧ ਹੈ ਨਾ, ਮੀਂਹ ਆਵੇ ਤੂਫਾਨ ਆਵੇ, ਕਹਿ ਲਗੇ ਕੋਈ ਆਪਦਾ ਆਵੇ, ਤੂੰ ਆਪਣੇ ਘਰ ਦੇ ਵਿੱਚ ਕਹਿ ਲਗੇ ਬੈਠ ਸਕਦਾ, ਆਪਣੇ ਪਰਿਵਾਰ ਨਾਲ ਬੈਠ ਸਕਦਾ। ਉਹ ਜੀਵ ਜੰਤੂ ਜਿਹੜੇ ਸਵੇਰੇ ਜਾਂਦੇ ਨੇ ਸ਼ਾਮ ਨੂੰ ਵਾਪਸ ਆਉਂਦੇ ਨੇ, ਪਤਾ ਨਹੀਂ ਉਹਨਾਂ ਦਾ ਆਲਣਾ ਉਹਨਾਂ ਦਾ ਘਰ ਮਗਰ ਹੋਵੇਗਾ ਵੀ ਨਹੀਂ। ਉਹ ਜੀਵ ਜੰਤ ਜਿਹੜੇ ਰਾਤ ਨੂੰ ਸੌਂਦੇ ਨੇ ਸਵੇਰੇ ਉੱਠਦੇ ਨੇ, ਪਤਾ ਨਹੀਂ ਅੱਜ ਭੋਜਨ ਮਿਲਣਾ ਵੀ ਕਿ ਨਹੀਂ ਮਿਲਣਾ, ਪਰ ਫਿਰ ਵੀ ਉਹ ਮਾਲਕ ਦਾ ਸ਼ੁਕਰ ਕਰਦੇ ਨੇ। ਕੋਈ ਜੀਵ ਜੰਤੂ ਇੰਨੀ ਚਿੰਤਾ ਵਿੱਚ ਨਜ਼ਰ ਨਹੀਂ ਆਉਂਦਾ ਜਿੰਨਾ ਅੱਜ ਦਾ ਮਨੁੱਖ ਹੈ। ਮਨੁੱਖ ਕੋਲ ਸਭ ਕੁਝ ਹੈ ਫਿਰ ਵੀ ਚਿੰਤਾ ਨਾਲ ਭਰਿਆ ਹੈ, ਤੇ ਉਹ ਮਾਲਕ ਦੀ ਕੁਦਰਤ ਵਿੱਚ ਜੀਵ ਜੰਤੂ ਆਪਾਂ ਵੇਖਦੇ ਆ ਉਹਨਾਂ ਕੋਲ ਕੱਲ ਜੋਗਾ ਕੁਝ ਵੀ ਨਹੀਂ, ਪਰ ਫਿਰ ਵੀ ਖੁਸ਼। ਫਿਰ ਵੀ ਵੇਖੋ ਤੁਸੀਂ ਉਹਨਾਂ ਵੱਲ ਕਿਵੇਂ ਗੀਤ ਗਾਉਂਦੇ ਨੇ, ਕਿਵੇਂ ਹੱਸਦੇ ਨੇ,
कभी निराश नहीं दिसते। कितना खेड़ा है उन्हां विच। और मनुख जिन्हों मिल लो पूछ लो की हाल है, एक कोई जवाब मिलेगा टाइम पास कर रहे, कोई चंगा हाल नहीं। जिन्हों वेखो कोई आखेगा कोई चंगा नहीं, कोई वधिया, बहुत माड़े हाल, बहुत बुरे हाल। इन्ना मतलब मनुख अंदरों अपने आप को इन्नी चिंता दे विच लीन कर बैठा है। सुख होंदे होया भी दुखी है, सब कुछ होंदे होया भी दुखी है। इन्ना दुख, इन्ने रोग, इन्नियां तकलीफां मनुख ने आप पैदा कीतियां, आप ज़ात कीतियां। तो मेरे पातशाह आदि ने कह लगे, नानक चिंता मत करो, चिंता तिस ही है। कह लगे प्यारिया तू चिंता ना कर, जिन्हें तेन पैदा किया है उन्हें तेरे रिस्क का प्रबंध भी पहला किया। नानक चिंता मत करो, चिंता तिस ही है। जल में जंत उपाय तिना पियो जी दे। पानी में जीव पैदा किए ने, जिया का आहार जी उन्हें पानी में प्रबंध कर दिता है उन्होंने भोजन का। धरती से जी पैदा किए ने, धरती से प्रबंध कर दिता है। इन्ने सूक्ष्म जीव ने, इन्हें अखां नाल नजर नहीं आते, पर उन्होंने भोजन का प्रबंध भी किया हुआ। आप रोज रहरास साहिब की बाणी का पाठ करते हैं तो महाराज पातशाह जी बड़ी कृपा करते हैं, सानू समझाते हैं। गुरुदेव आदि ने कह लगे, सैल पत्थर में जंत उपाय अकाल पुरख परमात्मा ने इस संसार के अंदर किन्ने जीव पैदा किए, पर सारिया का रिजल्ट पहला ही परमात्मा ने उन्हें अगे रखा हुआ, पहले प्रबंध किया। कोई भी दुनिया के अंदर ऐसा जीव नहीं जिनका प्रबंध अकाल पुरख ने ना किया हुए। पर असी लोग केवल का केवल चिंता में इन्ने लीन हो जाते हैं, असी भुल ही जाते हैं जिन्हें सानू पैदा किया, जिन्हें सानू बनाया, जिस करके संसार के विच आए हैं, उस अकाल पुरख परमात्मा की इबादत उनका शुकराना आप संसार के विच करना भुल जाते। मेरे पातशाह जी ने बड़ा प्यारा अज का बचन किया है। साहिब आखदे ने, नानक चिंता मत करो, चिंता तिस ही। हे नानक तू चिंता ना कर, चिंता उस अकाल पुरख नूं है जिन्हें धरती ते इस संसार के अंदर पानी विच आकाश से कह लगे इस हवा विच किन्ने जीव किन्ने जाके पूछ किसी ना किसी के घर विच कोई ना कोई वड्डा वडेरा उन्हां दा चढ़ाई कीता सी। हर एक घर दे विचों ये आवाज़ आउंदी सी, नहीं साडे घर विचों भी कोई गया। अगला घर वो आखे नहीं साडे विचों भी कोई गया। हार के वापस आई, कह लगी कोई भी ऐसा घर नहीं जिस घर विच मौत ना हुई हो। उन्हें आख्या फिर तू इस गल का दावा किवें करदी, जे असल दे विच अनहोनी हुंदी, रब की करोपी हुंदी ते तू कहदी। आपां बड़े भैड़े शब्द वरतदे हैं समाज के अंदर। असीं कह दिंदे हां रब ने बड़ा माड़ा कीता, तुसीं आप कहो रब कदी माड़ा करदा? असीं कहने हां रब ने फलाणे नाल बड़ा माड़ा कीता, कि रब किसी का बुरा करदा? जे संसार के अंदर कुछ होया जे साडा चंगा होवे, असीं कहने रब ने बड़ा चंगा कीता। ते माफ करना, जे संसार के अंदर सानू घाटा पै जावे ते आपां कहने रब ने बड़ा माड़ा कीता, रब नूं दोषी। चंगा होया पर एक होर कमाल दी गल, ऐसे मनुख तां बहुत घट ने जिहड़े गिला शिकवा करदे होण भी रब ने माड़ा कीता ते या रब ने साडे नाल चंगा कीता। ऐसे मनुख वेखण नूं मिलदे ने समाज के अंदर, दुनिया के अंदर, जिहड़े कहंदे ने चंगा होया तो मैं कीता, जे माड़ा है तो फलाणे ने कीता। इत्थों तक बंदा कहंदे रब ने माड़ा कीता, चंगा होया तो मैं कीता। इहदा मतलब चंगा करेगा तो तू आप उहदा क्रेडिट लैना, आप उहदे वास्ते चंगा बनना। जे माड़ा होया तो फिर किसी दे दोष ला देना। सच ये है जो भी कुछ संसार दे विच हुंदा है वो रब की मर्जी मुताबिक हुंदा है, रब के भाणे मुताबिक होता है, रब की मर्जी तो बिना नहीं होता। जे वो चाहता है तो वही कुछ होता है। मेरे पातशाह जी तां ही कृपा करते हैं कि इस गल को स्वीकार कर लै, एक्सैप्ट कर लै अपने जीवन में। कभी भी ये ना आखी भी ये माड़ा होया चंगा नहीं होया। कह लगे हर एक गल जिहड़ी है वो तेरे ते टुकदी, तेनों कहना चाहिए भी जो भी कुछ होया चंगा होया। सुख आया मालिक मेरे भागा में सुख सी, दुख आया मालिक शायद हो सकता है मैं भुल गया हुआ, मैं तेन विसर गया हुआ,
तू कृपा की, दुख आया पर इस दुख विचों भी तेरी याद है। एक राजा जिहदी उंगल कट्टी, इथों उंगल कट्टी गई, राजा सी, उंगल कट्टी गई तो वह राजा अपने वजीर को बुलाता है, कहता अज तो बड़ा माड़ा होया। उन्हें आख्या कि कह लगा मेरी उंगल कट्टी गई, बहुत दर्द हो रहा, बड़ा दुख हो रहा। उन्हें आख्या हे राजन बड़ा चंगा होया। उन्हें जदों आख्या चंगा होया, हम राजा सी, कह लगा तेरी इन्नी जरूरत, तू वजीर है, तेनों कहना चाहिए राजा बहुत माड़ा होया है, बड़ा दुख होया है। और वेखो कुछ संसार के अंदर चापलूस लोग होंगे ना, वो इस तरह की चापलूसी वाली गल्लां करनगे। जे किसी ना हो जाए उस वेले कहणगे बड़ा माड़ा होया, बहुत बुरा होया, हालांकि अंदरों कह रहे हैं चंगा होया, अंदरों कहेंगे पर बाहरों कहेंगे बहुत दुख होया, क्योंकि उन्होंने उन्होंने दुख विचों भी सुख महसूस होता है। किसी का बच्चा पास हो जाए अंदरों दुखी हो, बाहरों कहेंगे बड़ा चंगा होया, ते जे किसी का घर लुटिया जाए अंदरों कहेंगे चंगा होया, बाहरों कहेंगे बहुत माड़ा होया। पर वजीर सियाणा चंगा सी, उन्हें आख्या राजन चंगा होया है। उन्हें आख्या मैं राजा तू वजीर, मैनू दुख आया तो तू कहना चंगा होया। उन्हें अपने सिपाहियों को आख्या कहने अंदर भगा दिया, उन्होंने चुक के जेल में भगा दिया। राजा शिकार से गया, राह भटक गया, राह जो भटक गया जंगल में आदिवासी लोग नहीं थे, कुदरती उदम उन्होंने बली देनी सी, वो लभते सन, बंदा लभ जाए, राजा फड़िया गया, उन्होंने फड़ लिया, सारी उन्होंने तैयारी की, जो लगे बली देन उन्होंने एक रूल सी, रूल यह सी भी बंदा बिल्कुल सबूता होना चाहिए, उनका अंग कट्टिया नहीं होना चाहिए। उन्हें वेख्या राजे की उंगली कट्टी, उन्हें छड्ड दिता, कह लगे जा सानू कोई संपूर्ण बंदा चाहिए। राजे ने शुक्र मनाया, वापस आया तो उन्हें आख्या वजीर को बाहर कड्ड। जो बाहर कड्डिया कह लगा धन्यवाद तेरा, तू ठीक कहना से, रब जो करता है चंगा करता है, जे किते अज उंगल ना वड्डी होती तो कह लगा मेरा अज काम हो जाना सी, अज मैं राह भटक गया सा, अज मेरी बली दी जानी सी, चंगा होया मेरी उंगल वड्डी गई, तू ठीक कहना से। वो कह लगा हाँ राजन चंगा होया। फिर राजे ने सॉरी फील की, कह लगा मैनू माफ कर दे, मैं तेनों एवं जेल में सुट दिता। वजीर कहता यह भी चंगा होया। उन्हें आख्या क्यों? कह लगा चंगा तां जे किते मैं तेरे नाल हुंदा तू बच जाना, जेड़ा मैनू बली चाड़ देना। कहण तो भाव यह भी दुनिया के अंदर हर कुछ चंगा होता है, कुछ माड़ा नहीं होता। गुरु तेग बहादुर महाराज जी आखते हैं चिंता ताकि कीजिए जो अनहोनी हुए, ये कोई अनहोनी नहीं, ये होनी है, सब नाल घट रही है। सहबाद ने यह मार्ग संसार को नानक फिर नहीं कोई, हे नानक ये संसार सदा ही चलाएमान है, सदा रहने वाला नहीं। इस करके तू उस अकाल पुरख परमात्मा के चरणों में जुड़, शुकराना कर, शुक्र कर मालिक ये जीवन देता है, तेरी रजा में बतीत कर सका। होइयां भुलां चुकां दी खिमा। वाहिगुरू जी का खालसा, वाहिगुरू जी की